ਧਨ ਧਨ ਰਾਮਦਾਸ ਗੁਰ, ਧਨ ਧਨ ਰਾਮਦਾਸ ਗੁਰ, ਧਨ ਧਨ ਰਾਮਦਾਸ ਗੁਰ। ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਭਾਈ ਹਰੀਦਾਸ ਜੀ ਅਤੇ ਮਾਤਾ ਅਨੂਪ ਦੇਵੀ ਜੀ ਦੇ ਘਰ 1534 ਈਸਵੀ ਵਿੱਚ ਚੂਨਾ ਮੰਡੀ ਲਾਹੌਰ ਵਿਖੇ ਹੋਇਆ ਅਤੇ ਆਪ ਜੀ ਦਾ ਨਾਮ ਜੇਠਾ ਰੱਖਿਆ ਗਿਆ। ਜਦੋਂ ਬਾਲਕ ਜੇਠਾ ਜੀ 7 ਸਾਲ ਦੇ ਸਨ ਤਾਂ ਪਹਿਲਾਂ ਮਾਤਾ ਜੀ ਅਤੇ ਫਿਰ ਪਿਤਾ ਜੀ ਅਕਾਲ ਚਲਾਣਾ ਕਰ ਗਏ। ਆਪ ਜੀ ਦੀ ਨਾਨੀ ਆਪ ਜੀ ਨੂੰ ਆਪਣੇ ਪਿੰਡ ਬਾਸਰ ਕੇ ਲੈ ਆਈ, ਜੋ ਕਿ ਗੁਰੂ ਅਮਰਦਾਸ ਜੀ ਦਾ ਵੀ ਪਿੰਡ ਸੀ। ਬਾਲਕ ਜੇਠਾ ਜੀ ਰੋਜ਼ਾਨਾ ਘੁੰਗਣੀਆਂ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਅਤੇ ਇਹ ਸਮਾਂ ਬਹੁਤ ਹੀ ਤੰਗੀ ਵਾਲਾ ਸੀ, ਪਰ ਜੇਠਾ ਜੀ ਬਹੁਤ ਹੀ ਸਬਰ ਵਾਲੇ ਸਨ। ਜਦ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਮਿਲੀ ਤਾਂ ਗੁਰੂ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਵਿਰਾਜਮਾਨ ਹੋਏ, ਤਾਂ ਪਿੰਡ ਵਾਲਿਆਂ ਨਾਲ ਹੀ ਭਾਈ ਜੇਠਾ ਜੀ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਗੋਇੰਦਵਾਲ ਸਾਹਿਬ ਗਏ ਅਤੇ ਉੱਥੇ ਰਹਿ ਕੇ ਰੋਜ਼ਾਨਾ ਜਿੱਥੇ ਦੀਵਾਨ ਵਿੱਚ ਕੀਰਤਨ ਵਿਚਾਰ ਸੁਣਦੇ, ਉੱਥੇ ਸੇਵਾ ਵੀ ਬਹੁਤ ਕਰਦੇ ਸਨ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਆਪਣੀ ਬੇਟੀ ਬੀਬੀ ਭਾਨੀ ਜੀ ਦੀ ਸ਼ਾਦੀ ਭਾਈ ਜੇਠਾ ਜੀ ਦੇ ਨਾਲ ਦਸੰਬਰ 1552 ਈਸਵੀ ਵਿੱਚ ਕੀਤੀ। ਭਾਈ ਜੇਠਾ ਜੀ ਨੇ 24 ਸਾਲ ਗੋਇੰਦਵਾਲ ਸਾਹਿਬ ਵਿਖੇ ਰਹਿ ਕੇ ਘਾਲਣਾ ਘਾਲੀ। ਭਾਈ ਜੇਠਾ ਜੀ ਨੇ ਕਦੇ ਵੀ ਗੁਰੂ ਘਰ ਦਾ ਜਵਾਈ ਹੋਣ ਦਾ ਮਾਣ ਨਹੀਂ ਕੀਤਾ ਅਤੇ ਹਮੇਸ਼ਾ ਨਿਮਰਤਾ ਵਿੱਚ ਰਹਿ ਕੇ ਸੇਵਾ ਕਰਦੇ ਰਹੇ। ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਘਰ 3 ਪੁੱਤਰ ਹੋਏ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਗੁਰੂ ਰਾਮਦਾਸ ਜੀ ਦੀ ਸੇਵਾ ਬਹੁਤ ਮਹਾਨ ਸੀ ਅਤੇ ਕਈ ਦਿਨ ਸੇਵਾ ਕਰਦਿਆਂ ਇਤਨੇ ਰੁੱਝ ਜਾਂਦੇ ਕਿ ਗੁਰੂ ਅਮਰਦਾਸ ਜੀ ਦੀ ਹਾਜ਼ਰੀ ਭਰਨੀ ਵੀ ਮੁਸ਼ਕਲ ਹੋ ਜਾਂਦੀ। ਇੱਕ ਦਿਨ ਗੁਰੂ ਅਮਰਦਾਸ ਜੀ ਨੇ ਆਪਣੇ ਨਿੱਜੀ ਸੇਵਕ ਭਾਈ ਬੱਲੂ ਜੀ ਨੂੰ ਪੁੱਛਿਆ ਕਿ ਕਿਤਨੇ ਦਿਨ ਹੋ ਗਏ ਭਾਈ ਜੇਠਾ ਜੀ ਨਜ਼ਰ ਨਹੀਂ ਆਏ। ਭਾਈ ਬੱਲੂ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ, ਭਾਈ ਜੇਠਾ ਜੀ ਸਵੇਰ ਤੋਂ ਰਾਤ ਤੱਕ ਸੇਵਾ ਵਿੱਚ ਹੀ ਜੁਟੇ ਰਹਿੰਦੇ ਹਨ। ਪਹਿਲਾਂ ਲੰਗਰ ਤਿਆਰ ਕਰਦੇ ਹਨ, ਫਿਰ ਸੰਗਤਾਂ ਨੂੰ ਪੰਗਤ ਵਿੱਚ ਆਦਰ ਨਾਲ ਬਿਠਾ ਕੇ ਛਕਾਉਂਦੇ ਹਨ, ਹਰ ਇੱਕ ਦੀ ਲੋੜ ਪੂਰੀ ਕਰਦੇ ਹਨ, ਹਰ ਆਏ ਯਾਤਰੂ ਲਈ ਆਰਾਮ ਦਾ ਅਤੇ ਰਹਿਣ ਦਾ ਪ੍ਰਬੰਧ ਕਰਦੇ ਹਨ। ਜਦ ਸਿੱਖ ਸੰਗਤਾਂ ਆਰਾਮ ਕਰਦੀਆਂ ਹਨ ਤਾਂ ਪੱਖਾ ਚੱਲਦੇ ਹਨ। ਜੇ ਰਾਤ ਵੇਲੇ ਵੀ ਕਿਸੇ ਨੂੰ ਕੋਈ ਚੀਜ਼ ਲੋੜ ਹੋਵੇ ਤਾਂ ਲਿਆ ਦਿੰਦੇ ਹਨ। ਇਸੇ ਕਰਕੇ ਭਾਈ ਜੇਠਾ ਜੀ ਦਾ ਆਪ ਜੀ ਪਾਸ ਆਉਣਾ ਨਹੀਂ ਹੋਇਆ। ਇਹ ਸਾਰੀ ਗੱਲ ਸੁਣ ਕੇ ਗੁਰੂ ਅਮਰਦਾਸ ਜੀ ਬਹੁਤ ਪ੍ਰਸੰਨ ਹੋਏ। ਸਤੰਬਰ 1574 ਈਸਵੀ ਵਿੱਚ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਭਾਈ ਜੇਠਾ ਜੀ ਨੂੰ ਦੇ ਦਿੱਤੀ। ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ ਅਤੇ ਸੰਗਤਾਂ ਨੂੰ ਕਹਿ ਗਏ ਕਿ ਮੇਰੇ ਜਾਣ ਤੋਂ ਬਾਅਦ ਕਿਸੇ ਨੇ ਵੀ ਸੋਗ ਵਿਰਲਾਪ ਨਹੀਂ ਕਰਨਾ ਅਤੇ ਪਿੱਛੋਂ ਨਿਰੋਲ ਕੀਰਤਨ ਕਰਨਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਅਸਥਾਨ ਤੇ ਪਿੰਡ ਤੁੰਗ ਦੇ ਨਜ਼ਦੀਕ ਸ਼ਹਿਰ ਦੀ ਉਸਾਰੀ ਲਈ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ। ਇਹ ਜ਼ਮੀਨ 700 ਰੁਪਏ ਅਦਾ ਕਰਕੇ ਖਰੀਦੀ ਗਈ ਸੀ। ਸੰਨ 1577 ਈਸਵੀ ਵਿੱਚ ਇਸ ਸਥਾਨ ਤੇ ਜਿੱਥੇ ਗੁਰੂ ਰਾਮਦਾਸ ਜੀ ਨੇ ਆਪਣੇ ਰਹਿਣ ਲਈ ਘਰ ਬਣਾਇਆ, ਉਹ ਗੁਰੂ ਕਾ ਮਹਿਲ ਕਰਕੇ ਪ੍ਰਸਿੱਧ ਹੋਇਆ। ਸਰੋਵਰ ਦੀ ਉਸਾਰੀ ਦਾ ਕਾਰਜ ਵੀ ਜਲਦ ਆਰੰਭ ਕਰਕੇ ਸੰਪੂਰਨ ਕੀਤਾ ਗਿਆ ਅਤੇ ਸਰੋਵਰ ਦੇ ਵਿਚਕਾਰ ਬਣਾਏ ਗਏ ਅਸਥਾਨ ਤੇ ਦੀਵਾਨ ਸਜਣੇ ਆਰੰਭ ਹੋ ਗਏ। ਪਹਿਲਾਂ ਨਗਰ ਦਾ ਨਾਮ ਚੱਕ ਗੁਰੂ ਰਾਮਦਾਸ ਅਤੇ ਸਰੋਵਰ ਸੰਪੂਰਨ ਹੋਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਕਰਕੇ ਪ੍ਰਸਿੱਧ ਹੋਇਆ। ਰਿਹਾਇਸ਼ੀ ਇਲਾਕੇ ਦੇ ਆਸ-ਪਾਸ ਜੋ ਬਾਜ਼ਾਰ ਅਤੇ ਵਪਾਰਕ ਕੇਂਦਰ ਬਣਵਾਇਆ, ਇਹ ਕੇਂਦਰ ਗੁਰੂ ਕਾ ਬਾਜ਼ਾਰ ਦੇ ਨਾਮ ਤੋਂ ਪ੍ਰਸਿੱਧ ਹੋਇਆ। ਸ਼ਹਿਰ ਵਿਖੇ ਹੀ ਗੁਰੂ ਸਾਹਿਬ ਨੇ 52 ਕਿੱਤਿਆਂ ਦੇ ਨਾਮਵਰ ਕਾਰੀਗਰਾਂ ਅਤੇ ਵਪਾਰੀਆਂ ਨੂੰ ਉਚੇਚੇ ਤੌਰ ਤੇ ਬੁਲਾਇਆ ਤੇ ਆਦਰ ਸਹਿਤ ਸ਼ਹਿਰ ਵਿੱਚ ਵਸਾਇਆ। ਗੁਰੂ ਸਾਹਿਬ ਨੇ ਉਸ ਵੇਲੇ ਨੀਵੀਂ ਜਾਤ ਦੇ ਸਮਝੇ ਜਾਣ ਵਾਲਿਆਂ ਨੂੰ ਵੀ ਆਦਰ ਨਾਲ ਬੁਲਾ ਕੇ ਸ਼ਹਿਰ ਵਿਖੇ ਵਸਾਇਆ। ਸ਼ਹਿਰ ਐਸਾ ਸੀ ਜਿੱਥੇ ਕਿਸੇ ਰਾਜੇ ਦਾ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਟੈਕਸ ਨਹੀਂ ਸੀ ਲੱਗਦਾ। ਧਰਮੀ ਪੁਰਖਾਂ ਦਾ ਸ਼ਹਿਰ ਸੀ, ਜਿੱਥੇ ਇੱਕ ਪਾਸੇ ਤਾਂ ਕੀਰਤਨ ਦੀਆਂ ਧੁਨੀਆਂ ਉੱਠਦੀਆਂ
ਅਤੇ ਨਾਲ ਹੀ ਬਾਜ਼ਾਰ ਵਿੱਚ ਹੱਕ, ਸੱਚ ਅਤੇ ਧਰਮ ਦੀ ਕਮਾਈ ਹੁੰਦੀ। ਸ਼੍ਰੀ ਅੰਮ੍ਰਿਤਸਰ ਸਾਹਿਬ ਇੱਕ ਬਹੁਤ ਵੱਡਾ ਵਪਾਰਕ ਕੇਂਦਰ ਬਣ ਗਿਆ ਸੀ। ਧੰਨ ਗੁਰੂ ਰਾਮਦਾਸ ਜੀ ਦਾ ਨਿਤ ਦਾ ਕਰਮ ਸੀ ਕਿ ਆਪ ਜੀ ਪਹਿਰ ਰਾਤ ਰਹਿੰਦੀ ਜਾਗਦੇ, ਸ਼ੀਤਲ ਜਲ ਨਾਲ ਇਸ਼ਨਾਨ ਕਰਕੇ ਸਮਾਧੀ ਵਿੱਚ ਬੈਠ ਜਾਂਦੇ। ਸਵੇਰ ਹੋਣ ਤੇ ਗੁਰੂ ਕੇ ਮਹਿਲ ਤੋਂ ਚੱਲ ਕੇ ਉਸ ਅਸਥਾਨ ਤੇ ਆਉਂਦੇ ਜਿੱਥੇ ਹੁਣ ਹਰਿਮੰਦਰ ਸਾਹਿਬ ਬਣਿਆ ਹੋਇਆ ਹੈ। ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪਹਿਲਾਂ ਹੀ ਪਹੁੰਚੀਆਂ ਹੁੰਦੀਆਂ। ਉੱਥੇ ਹੀ ਦੀਵਾਨ ਸਜ ਜਾਂਦਾ। ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਸਾਹਿਬ ਸੰਗਤਾਂ ਸਮੇਤ ਲੰਗਰ ਵਿੱਚ ਪੁੱਜਦੇ। ਹਰ ਊਚ ਨੀਚ, ਗਰੀਬ ਅਮੀਰ, ਧਨੀ ਰੰਕ ਨੂੰ ਇੱਕੋ ਜਿਹਾ ਪ੍ਰਸ਼ਾਦਾ ਮਿਲਦਾ। ਗੁਰੂ ਸਾਹਿਬ ਵੀ ਸੰਗਤਾਂ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ। ਪ੍ਰਸ਼ਾਦਾ ਛਕਣ ਉਪਰੰਤ ਕੁਝ ਚਿਰ ਗੁਰੂ ਸਾਹਿਬ ਆਰਾਮ ਕਰਦੇ ਅਤੇ ਫਿਰ ਉਸਾਰੀ ਦੇ ਕਾਰਜਾਂ ਨੂੰ ਦੇਖਣ ਲਈ ਚੱਲ ਪੈਂਦੇ। ਗੁਰੂ ਸਾਹਿਬ ਸੇਵਾ ਵੀ ਪਹਿਲਾਂ ਵਾਂਗ ਹੀ ਕਰਦੇ ਸਨ। ਸ਼ਾਮ ਨੂੰ ਫਿਰ ਇਸ਼ਨਾਨ ਕਰਕੇ ਸੰਗਤ ਵਿੱਚ ਪੁੱਜਦੇ ਅਤੇ ਸ਼ਾਮ ਨੂੰ ਕਥਾ ਵਿਚਾਰ ਹੁੰਦੀ ਜੋ ਕਿ ਗੁਰੂ ਸਾਹਿਬ ਆਪ ਕਰਦੇ। ਸੰਗਤਾਂ ਦੇ ਸ਼ੰਕਿਆਂ ਦਾ ਗੁਰਬਾਣੀ ਰਾਹੀਂ ਉਪਦੇਸ਼ ਦੇ ਕੇ ਦੁਬਿਧਾ ਦੂਰ ਕਰਦੇ। ਗੁਰੂ ਸਾਹਿਬ ਉਪਦੇਸ਼ਾਂ ਵਿੱਚ ਡਰ ਰਹਿਤ ਜੀਵਨ ਗੁਜ਼ਾਰਨ ਲਈ ਪ੍ਰੇਰਨਾ ਦਿੰਦੇ। ਧੰਨ ਧੰਨ ਰਾਮ